ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਤੁਹਾਡੇ ਨਾਲ ਰਜਿੰਦਰ ਕੌਰ। ਕੇਂਦਰ ਦੇ ਖੇਤੀ ਕਾਨੂੰਨਾਂ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਵਧ ਰਹੇ ਘਮਸਾਣ ਵਿਚਾਲੇ ਅੱਜ ਰੇਲ ਮੰਤਰੀ ਦੇ ਨਾਲ ਕਾਂਗਰਸੀ ਸਾਂਸਦ ਮੁਲਾਕਾਤ ਕਰਨਗੇ। ਪੰਜਾਬ ਦੇ 8 ਸਾਂਸਦ ਰੇਲ ਮੰਤਰੀ ਦੇ ਨਾਲ ਮੀਟਿੰਗ ਕਰਨਗੇ। ਦੁਪਹਿਰ 1 ਵਜੇ ਪੀਯੂਸ਼ ਗੋਇਲ ਰੇਲ ਮੰਤਰੀ ਨੂੰ ਮਿਲੇਗਾ। ਇਹ ਵਫਦ ਰੇਲ ਮੰਤਰੀ ਤੋਂ ਮਾਲ ਗੱਡੀਆਂ ਚਲਾਉਣ ਦੀ ਮੰਗ ਕੀਤੀ ਜਾਏਗੀ। ਕਿਸਾਨਾਂ ਨੇ ਟਰੈਕ 20 ਨਵੰਬਰ ਤੱਕ ਖਾਲੀ ਕਰਨ ਦਾ ਐਲਾਨ ਕਰਤਾ ਹੈ ਰੇਲਵੇ ਨੇ, ਲੇਕਿਨ ਇਸ ਤੋਂ ਪਹਿਲਾਂ ਕੱਲ 32 ਜਗ੍ਹਾ ਤੇ ਹਾਲੇ ਵੀ ਧਰਨੇ ਜਾਰੀ ਹੋਣ ਦਾ ਦਾਅਵਾ ਕੀਤਾ ਸੀ। ਰੇਲ ਰੋਕੋ ਅੰਦੋਲਨ ਕਿਸਾਨਾਂ ਦਾ ਜਿਹੜਾ ਚੱਲ ਰਿਹਾ ਉਸ ਦੇ ਚਲਦੇ ਰੇਲਵੇ ਨੂੰ ਹਾਲੇ ਤੱਕ ਕਰੀਬ 1200 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਅਤੇ ਬਕਾਇਦਾ ਰੇਲਵੇ ਨੇ ਇਸ ਦਾ ਵੇਰਵਾ ਜਾਰੀ ਕੀਤਾ ਹੈ। ਇਸ ਵਿਚਾਲੇ ਕੇਂਦਰ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਜਦੋਂ ਤੱਕ ਸਾਰੇ ਟਰੈਕ ਖਾਲੀ ਨਹੀਂ ਹੋ ਜਾਂਦੇ ਮਾਲ ਗੱਡੀਆਂ ਨਹੀਂ ਚੱਲ ਸਕਦੀਆਂ। ਲੇਕਿਨ ਕਿਸਾਨਾਂ ਨੇ ਕੱਲ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਵਿੱਚ ਮੀਟਿੰਗ ਹੋਈ। 20 ਨਵੰਬਰ ਤੱਕ ਕਿਸਾਨਾਂ ਨੇ ਟਰੈਕ ਖਾਲੀ ਕਰਨ ਦਾ ਐਲਾਨ ਕਰ ਦਿੱਤਾ ਹੈ, ਯਾਨੀ ਕਿ 20 ਨਵੰਬਰ ਤੱਕ ਟਰੈਕ ਖਾਲੀ ਰਹਿਣਗੇ। ਰੇਲਵੇ ਨੇ ਕਿਹਾ ਸੀ ਕਿ 32 ਜਗ੍ਹਾ ਹਾਲੇ ਵੀ ਧਰਨੇ ਜਾਰੀ ਨੇ ਅਤੇ ਇਹ ਸਾਰੇ ਖਾਲੀ ਹੋਣੇ ਚਾਹੀਦੇ ਨੇ। ਇਸ ਵਿਚਾਲੇ ਅੱਜ ਰੇਲ ਮੰਤਰੀ ਪੀਯੂਸ਼ ਗੋਇਲ ਦੇ ਨਾਲ ਕਾਂਗਰਸੀ ਸਾਂਸਦਾਂ ਦਾ ਵਫਦ ਮੁਲਾਕਾਤ ਕਰੇਗਾ। ਉਹਨਾਂ ਨੂੰ ਪੰਜਾਬ ਦੇ ਹਾਲਾਤ ਬਾਰੇ ਜਾਣੂ ਕਰਾਇਆ ਜਾਏਗਾ। सीधे रुक करते हैं दिल्ली का। मेरे सहयोगी पंकज कपाही जुड़ चुके ने। पंकज, काफी कुछ कल दिल्ली विच होया, जंतर मंतर ते धरने दिते गए। कांग्रेसी सांसदा मंत्रियों विधायकों वालों खुद मुख मंत्री धरने ते बैठे। हुण मुलाकात दा समा जरूर मिलिया है, 1 बजे के करीब मुलाकात, लेकिन की गल सिरे चढ़ेगी? केंद्र जिहड़ी है वो माल गड्डियां चलाने लिए राजी होएगा? क्योंकि इधर सूबे वालों तो लगातार यह कहा जा रहा है कि रेलवे ट्रैक खाली पे ने। हुण किसान भी ये कह रहे हैं कि 20 नवंबर तक रेलवे ट्रैक खाली करते जाएंगे। ਰਜਿੰਦਰ, ਪੰਜਾਬ ਸਰਕਾਰ ਵੱਲੋਂ ਭਾਵੇਂ ਕਿਹਾ ਜਾ ਰਿਹਾ ਹੈ ਕਿ ਰੇਲ ਟਰੈਕ ਖਾਲੀ ਪਏ ਨੇ, ਲੇਕਿਨ ਜੋ ਤਸਵੀਰਾਂ ਪਿਛਲੇ 2 ਦਿਨਾਂ ਤੋਂ ਰੇਲ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਉਸ ਵਿੱਚ ਇਹ ਨਜ਼ਰ ਆਇਆ ਕਿ ਕਿਸਾਨ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ, ਚਾਹੇ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ, ਚਾਹੇ ਜੰਡਿਆਲਾ ਗੁਰੂ ਦੀ ਗੱਲਬਾਤ ਕੀਤੀ ਜਾਵੇ ਜਾਂ ਫਿਰ ਨਾਭੇ ਦੀ ਗੱਲ ਕੀਤੀ ਜਾਵੇ, 32 ਥਾਵਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਰੇਲਵੇ ਨੇ ਜਾਰੀ ਕੀਤੀਆਂ ਔਰ ਇਹ ਪੰਜਾਬ ਸਰਕਾਰ ਨੂੰ ਭੇਜੀਆਂ। ਕਿ ਤੁਸੀਂ ਕਹਿ ਰਹੇ ਹੋ ਕਿ ਰੇਲਵੇ ਤੇ ਕਿਸਾਨ ਨਹੀਂ ਬੈਠੇ ਹੋਏ, ਲੇਕਿਨ ਇਹ ਤਸਵੀਰਾਂ ਜਿਹੜੀਆਂ ਨੇ ਇਹ ਰੇਲਵੇ ਕੋਲ ਆਈਆਂ ਨੇ ਜਿੱਥੇ ਵੱਖ-ਵੱਖ ਥਾਵਾਂ ਤੇ ਕਿਸਾਨ ਬੈਠੇ ਹੋਏ ਨੇ ਔਰ ਇਸੇ ਵਜ੍ਹਾ ਕਰਕੇ ਕਿਸਾਨ ਜਿਹੜੀਆਂ ਮਾਲ ਗੱਡੀਆਂ ਨੇ ਉਹ ਨਹੀਂ ਚੱਲ ਪਾ ਰਹੀਆਂ। ਪੰਜਾਬ ਸਰਕਾਰ ਲਗਾਤਾਰ ਇਹ ਦਲੀਲ ਦੇ ਰਹੀ ਸੀਗੀ ਕਿ ਕੇਂਦਰ ਸਰਕਾਰ ਮਾਲ ਗੱਡੀਆਂ ਨਹੀਂ ਚਲਾ ਰਿਹਾ, ਇਸ ਕਰਕੇ ਪੰਜਾਬ 'ਚ ਬਿਜਲੀ ਦੀ ਸੰਕਟ ਵੱਧ ਰਿਹਾ ਹੈ, ਕੋਲਾ ਦੀ ਘਾਟ ਹੋ ਰਹੀ ਹੈ, ਜਿਹੜਾ ਚਾਵਲ ਵਿਦੇਸ਼ਾਂ 'ਚ ਜਾਣਾ ਵਾ, ਪੂਰੇ ਦੇਸ਼ ਭਰ 'ਚ ਜਾਣਾ ਵਾ, ਉਹ ਲੁਧਿਆਣਾ ਸਟੇਸ਼ਨ ਤੇ ਪਿਆ ਹੋਇਆ। ਇਕੋਨਮੀ ਦਾ ਇੱਕ ਵੱਡਾ ਨੁਕਸਾਨ ਹੋ ਰਿਹਾ ਹੈ। ਯੂਰੀਆ ਜਿਹੜਾ ਵਾ ਉਹ ਪੰਜਾਬ ਆਣਾ ਉਹ ਐਂਟਰ ਨਹੀਂ ਹੋ ਪਾ ਰਿਹਾ। ਇਹ ਲਗਾਤਾਰ ਪੰਜਾਬ ਸਰਕਾਰ ਦੀ ਦਲੀਲ ਸੀ। ਤਾਂ ਦੂਜੇ ਪਾਸੇ ਰੇਲਵੇ ਨੇ ਵੀ ਆਪਣੀ ਦਲੀਲ ਜਾਰੀ ਕੀਤੀ। ਰੇਲਵੇ ਵੱਲੋਂ ਕਿਹਾ ਗਿਆ ਕਿ 1200 ਕਰੋੜ ਦਾ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਵਾ ਰੇਲਵੇ ਵਿਭਾਗ ਨੂੰ ਔਰ ਅਜਿਹੇ 'ਚ ਰੇਲਵੇ ਵਿਭਾਗ ਵਿੱਚ ਆਉਂਦਾ ਹੈ ਕਿ ਮਾਲ ਗੱਡੀਆਂ ਚੱਲਣ, ਟ੍ਰੇਨਾਂ ਚੱਲਣ, ਲੇਕਿਨ ਇੰਸ਼ੋਰੈਂਸ ਮਿਲਣੀ ਚਾਹੀਦੀ ਹੈ, ਸੁਰੱਖਿਆ ਮਿਲਣੀ ਚਾਹੀਦੀ ਹੈ। ਔਰ ਅੱਜ ਕਿਉਂਕਿ ਪਿਛਲੇ 10 ਦਿਨ ਤੋਂ MP ਜਿਹੜੇ ਨੇ ਕਾਂਗਰਸ ਦੇ ਉਹ ਸਮਾਂ ਮੰਗ ਰਹੇ ਸੀ ਰੇਲ ਮੰਤਰੀ ਕੋਲੋਂ ਔਰ ਅੱਜ ਸਮਾਂ ਮਿਲਿਆ। 1 ਵਜੇ ਰੇਲ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਜਾਏਗੀ। ਰੇਲ ਮੰਤਰੀ ਇੰਸ਼ੋਰੈਂਸ ਮੰਗ ਰਿਹਾ ਕਿ ਸੁਰੱਖਿਆ ਪੂਰੀ ਤਰੀਕੇ ਨਾਲ ਮੁਸਤੈਦ ਹੋਵੇ, ਕਿਸੇ ਵੀ ਜਗ੍ਹਾ ਤੇ ਕਿਸਾਨ ਜਿਹੜੇ ਨੇ ਉਹ ਰੇਲਵੇ ਟਰੈਕ ਦੇ ਉੱਤੇ ਨਾ ਬੈਠੇ ਹੋਣ, ਚਾਹੇ ਪ੍ਰਾਈਵੇਟ ਥਰਮਲ ਪਲਾਂਟ ਦੇ ਬਾਹਰ ਹੀ ਕਿਉਂ ਨਾ ਹੋਣ, ਉੱਥੇ ਵੀ ਕਿਸਾਨ ਜਿਹੜੇ ਨੇ ਉਹ ਨਾ ਬੈਠੇ ਹੋਣ। ਤਾਂ ਅਜਿਹੇ 'ਚ ਇਹ ਗੱਲਬਾਤ ਦਾ ਸਿਲਸਿਲਾ ਅੱਜ 1 ਵਜੇ ਦੀ ਮੀਟਿੰਗ 'ਚ ਕਾਫੀ ਅਹਿਮ ਰਹਿਣ ਵਾਲਾ ਹੈ, ਜਦੋਂ ਕਾਂਗਰਸ ਦੇ 8 ਮੈਂਬਰ ਪਾਰਲੀਮੈਂਟ ਜਿਹੜੇ ਰੇਲ ਮੰਤਰੀ ਨੂੰ ਮਿਲਣਗੇ। ਕਿ ਲਿਖਤੀ ਤੌਰ ਤੇ ਪੰਜਾਬ ਸਰਕਾਰ ਇਹ ਗੱਲ ਕਹੇਗੀ ਕਿ ਸਾਡੀ ਪੂਰੀ ਜ਼ਿੰਮੇਵਾਰੀ ਹੈ, ਟ੍ਰੇਨ ਚਲਾਓ, ਕੋਈ ਨੁਕਸਾਨ ਨਹੀਂ ਹੋਏਗਾ, ਕੋਈ ਟਰੈਕ ਤੇ ਕੋਈ ਟ੍ਰੇਨ ਜਿਹੜੀ ਹੈ ਨਹੀਂ ਰੋਕੀ ਜਾਏਗੀ, ਚਾਹੇ ਨਾਭਾ ਥਰਮਲ ਪਲਾਂਟ ਹੋਵੇ, ਚਾਹੇ ਜੰਡਿਆਲਾ ਗੁਰੂ ਦੀ ਗੱਲ ਕੀਤੀ ਜਾਵੇ ਜਾਂ ਫਿਰ ਬਾਕੀ ਥਾਵਾਂ ਦੀ ਗੱਲ ਕੀਤੀ ਜਾਵੇ। ਇਹ ਗੱਲਬਾਤ ਦਾ ਸਿਲਸਿਲਾ ਅੱਜ ਲਗਭਗ 10 ਦਿਨਾਂ ਬਾਅਦ ਸ਼ੁਰੂ ਹੋਣ ਜਾ ਰਿਹਾ ਰਜਿੰਦਰ। ਲੇਕਿਨ ਚਿੰਤਾ ਇਸ ਕਰਕੇ ਪੰਜਾਬ ਦੀ ਵੱਧ ਜਾਂਦੀ ਹੈ ਕਿ ਪੰਜਾਬ 'ਚ ਕੋਲਾ ਖਤਮ ਹੋ ਚੁੱਕਿਆ, ਪੰਜਾਬ 'ਚ ਥਰਮਲ ਪਲਾਂਟ ਬੰਦ ਹੋ ਚੁੱਕੇ ਨੇ, ਬਿਜਲੀ ਦੇ ਕੱਟ 2 ਘੰਟੇ ਤੋਂ 4 ਘੰਟੇ ਲੱਗ ਰਹੇ ਸੀ। ਅਗਰ ਇਹ ਅੱਜ ਸਥਿਤੀ ਸਾਫ਼ ਨਹੀਂ ਹੋਈ, ਅਗਰ ਅੱਜ ਰੇਲਵੇ ਨੇ ਟ੍ਰੇਨਾਂ ਚਲਾਉਣ ਦੀ ਗੱਲ ਨਹੀਂ ਕਹੀ ਤਾਂ 4 ਤੋਂ 7 ਘੰਟੇ ਦੇ ਕੱਟ ਬਿਜਲੀ ਦੇ ਅਗਲੇ ਹਫ਼ਤੇ ਤੋਂ ਲੱਗਣੇ ਸ਼ੁਰੂ ਹੋ ਜਾਣਗੇ ਰਜਿੰਦਰ। बिल्कुल पंकज तुहाडे कोल वापस आवांगे। 1 वजे के करीब सांसदां दी मुलाकात रेल मंत्री दे नाल। खबर ते नजर बना के रखो। फिलहाल शुक्रिया पंकज। और 1 वजे सांसद जिहड़े ने कांग्रेस दे मुलाकात करनगे पीयूष गोयल रेल मंत्री दे नाल अते पंजाब दे मौजूदा हालात बारे जानकारी दी जाएगी। माल गड्डियां चलाईयां जान ये गुजारिश की जाएगी रेल मंत्री तो। हालांकि लगातार पंजाब सरकार वालों केंद्र सरकार नूं कहा जा रहा है कि माल गड्डियां जल्द तो जल्द चलाईयां जान। कल मुख्यमंत्री जदों जंतर मंतर धरने ते बैठे अपने
ਸਾਥ ਹੀ ਮੰਤਰੀਆਂ ਤੇ ਵਿਧਾਇਕਾਂ ਦੇ ਨਾਲ ਉਦੋਂ ਵੀ ਇਹ ਕਹਿੰਦੇ ਨਜ਼ਰ ਆਏ ਸਨ ਕਿ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਆਰਥਿਕ ਹਾਲਾਤ ਖਰਾਬ ਹੋ ਰਹੇ ਨੇ, ਮਾਲ ਗੱਡੀਆਂ ਚੱਲ ਨਹੀਂ ਰਹੀਆਂ, ਸਾਮਾਨ ਪਹੁੰਚ ਨਹੀਂ ਰਿਹਾ, ਜਿਹੜਾ ਸਾਮਾਨ ਤਿਆਰ ਪਿਆ ਉਹ ਬਾਹਰ ਨਹੀਂ ਜਾ ਪਾ ਰਿਹਾ। ਇਸ ਦੇ ਚਲਦੇ ਜਲਦ ਤੋਂ ਜਲਦ ਮਾਲ ਗੱਡੀਆਂ ਚਲਾਈਆਂ ਜਾਣ ਅਤੇ ਗੱਡੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਉਹਨਾਂ ਨੇ ਲਈ। ਉਹਨਾਂ ਨੇ ਕਿਹਾ ਕਿ ਟਰੈਕ ਖਾਲੀ ਪਏ ਨੇ ਤੇ ਜ਼ਰੂਰੀ ਪਈ ਤਾਂ ਪੁਲਿਸ ਵੀ ਤੈਨਾਤ ਕਰ ਦਿੱਤੀ ਜਾਏਗੀ, ਲੇਕਿਨ ਜਲਦ ਤੋਂ ਜਲਦ ਮਾਲ ਗੱਡੀਆਂ ਚਲਾਈਆਂ ਜਾਣੀਆਂ ਚਾਹੀਦੀਆਂ ਨੇ। ਨੈਸ਼ਨਲ ਸਿਕਿਉਰਿਟੀ ਦਾ ਹਵਾਲਾ ਦਿੱਤਾ, ਫੂਡ ਸਿਕਿਉਰਿਟੀ ਦਾ ਹਵਾਲਾ ਮੁੱਖ ਮੰਤਰੀ ਦਿੰਦੇ ਨਜ਼ਰ ਆਏ। ਇਸ ਵਿਚਾਲੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਲਗਾਤਾਰ ਸਿਆਸੀ ਬਿਆਨਬਾਜ਼ੀ ਵੀ ਜਾਰੀ ਹੈ। ਸੁਖਬੀਰ ਬਾਦਲ ਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਲਟਵਾਰ ਕੀਤਾ ਹੈ। ਦਰਅਸਲ ਸੁਖਬੀਰ ਬਾਦਲ ਨੇ ਮਰਨ ਵਰਤ ਦੀ ਸਲਾਹ ਦਿੱਤੀ ਸੀ ਕੈਪਟਨ ਅਮਰਿੰਦਰ ਸਿੰਘ ਨੂੰ, ਜਿਸ ਤੇ ਹੁਣ ਪਲਟਵਾਰ ਕੀਤਾ ਹੈ ਮੁੱਖ ਮੰਤਰੀ ਨੇ। ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਪੰਜਾਬ ਲਈ ਕਿਵੇਂ ਲੜਾਈ ਲੜਨੀ ਹੈ, ਮੈਨੂੰ ਤੁਹਾਡੀ ਸਲਾਹ ਦੀ ਜ਼ਰੂਰਤ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਕਿ ਮੈਂ 1965 ਦੀ ਜੰਗ ਵਿੱਚ ਦੇਸ਼ ਲਈ ਸਰਹੱਦ ਤੇ ਲੜਿਆ, ਮੈਂ ਦੁਸ਼ਮਣਾਂ ਦੀਆਂ ਗੋਲੀਆਂ ਦਾ ਸਾਹਮਣਾ ਵੀ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਲਈ ਕੀ ਕੀਤਾ ਇਹ ਸਵਾਲ ਚੁੱਕਿਆ। ਸੁਖਬੀਰ ਬਾਦਲ ਤੇ ਸਲਾਹ ਦੇ ਦਿੱਤਾ। ਸੁਖਬੀਰ ਦੱਸਣ ਕਿ ਉਹ ਖੁਦ ਕਦੋਂ ਮਰਨ ਵਰਤ ਤੇ ਬੈਠੇ ਨੇ, ਕੇਂਦਰ ਤੇ ਦਬਾਅ ਬਣਾਉਣ ਲਈ ਕਦੋਂ ਉਹਨਾਂ ਨੇ ਮਰਨ ਵਰਤ ਕੀਤਾ ਹੈ, ਜਿਸ ਦੀ ਸਲਾਹ ਉਹ ਮੈਨੂੰ ਦੇ ਰਹੇ ਨੇ। ਸੁਖਬੀਰ ਬਾਦਲ ਨੇ ਦਰਅਸਲ ਮੁੱਖ ਮੰਤਰੀ ਨੂੰ ਧਰਨੇ ਦੀ ਥਾਂ ਮਰਨ ਵਰਤ ਦੀ ਸਲਾਹ ਦਿੱਤੀ ਸੀ, ਜਿਸ ਤੇ ਹੁਣ ਪਲਟਵਾਰ ਆਇਆ ਹੈ ਮੁੱਖ ਮੰਤਰੀ ਵੱਲੋਂ। ਖੇਤੀ ਕਾਨੂੰਨਾਂ ਤੇ ਕੇਂਦਰ ਖਿਲਾਫ ਮਰਨ ਵਰਤ ਤੇ ਬੈਠਣ ਦੀ ਸਲਾਹ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਸੀ। ਤੇ ਹੁਣ ਤੁਹਾਨੂੰ ਸੁਣਵਾਉਂਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਉਹ ਬਿਆਨ, ਜਿਸ ਵਿੱਚ ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੀਐਮ ਹਾਊਸ ਦੇ ਬਾਹਰ ਭੁੱਖ ਹੜਤਾਲ ਕਰਨ ਦੀ ਸਲਾਹ ਦਿੱਤੀ। ਜਿਹੜਾ ਦਿੱਲੀ ਜਾ ਕੇ ਉਹਨੇ ਕਿਹਾ ਤੂੰ ਇੱਥੇ ਨਹੀਂ ਬਹਿਣਾ, ਮਿੰਟ ਚ ਉੱਠ ਖੜਿਆ ਤੇ ਇਕੱਲਾ 4 ਬੰਦੇ ਲੈ ਕੇ ਉੱਥੇ ਬੈਠਾ, ਲੜਾਈ ਲੜ ਸਕਦਾ ਚੀਫ ਮਿਨਿਸਟਰ? ਜੇ ਧਰਨਾ ਦੇਣਾ ਸੀ ਪ੍ਰਧਾਨ ਮੰਤਰੀ ਦੇ ਘਰ ਦੇ ਸਾਹਮਣੇ ਕਿਉਂ ਨਹੀਂ ਗਿਆ ਕੈਪਟਨ ਅਮਰਿੰਦਰ ਸਿੰਘ? ਹੈ ਜਾਣ ਕੇ ਡਰਾਮੇ ਕਰਨੇ, ਕੈਪਟਨ ਸਾਹਿਬ ਜਾਣ ਕੇ ਡਰਾਮੇ ਕਰਨੇ ਬੰਦ ਕਰ ਦਿਓ। ਤੁਹਾਡਾ ਚਿਹਰਾ ਨਕਾਬ ਹੋ ਗਿਆ, ਕਿਉਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ? ਮੈਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਾ, ਕੈਪਟਨ ਤੇ ਕੋਈ ਭਰੋਸਾ ਨਾ ਰੱਖਿਓ। ਆ ਇੱਕ ਗੇਮ ਖੇਡ ਰਹੇ ਆ ਕਿਸਾਨ ਆਪਣੇ ਸੈਂਟਰ ਨਾਲ ਮਿਲ ਕੇ। ਕੈਪਟਨ ਨਹੀਂ ਇਨਸਾਫ ਦਵਾ ਸਕਦਾ, ਨਾ ਇਹਨੇ ਦਵਾਉਣਾ। ਕਿਸਾਨ ਕੈਪਟਨ ਦਾ ਡਰਾਮਾ ਲੱਗਿਆ ਤੇ ਡਰਾਮਾ ਕਰਦਾ ਰਹਿਣਾ ਹੈ। ਜੇ ਕੈਪਟਨ ਸਹੀ ਮਨੇ ਤੇ ਸੰਘਰਸ਼ ਕਰਨਾ ਚਾਹੁੰਦਾ ਹੈ, ਕਿਉਂ ਨਹੀਂ ਭੁੱਖ ਹੜਤਾਲ ਤੇ ਪੈਂਦਾ? ਪੱਕੀ ਅਪ ਟੂ ਡੈਥ ਕਿਉਂ ਨਹੀਂ ਪੈਂਦਾ? ਇਸ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਜੇਪੀ ਨੱਡਾ ਨੇ ਪਲਟਵਾਰ ਕੀਤਾ। ਦਰਅਸਲ ਮੁੱਖ ਮੰਤਰੀ ਨੇ ਇੱਕ ਚਿੱਠੀ ਲਿਖੀ ਸੀ ਜੇਪੀ ਨੱਡਾ ਨੂੰ, ਮਾਲ ਗੱਡੀਆਂ ਚਲਾਉਣ ਦੀ ਮੰਗ ਕੀਤੀ ਗਈ ਸੀ। ਹੁਣ ਸੀਐਮ ਦੀ ਖੁੱਲੀ ਚਿੱਠੀ ਜ਼ਰੀਏ ਹੀ ਜੇਪੀ ਨੱਡਾ ਨੇ ਜਵਾਬ ਦਿੱਤਾ ਹੈ। ਪੰਜਾਬੀ 4 ਪੰਨਿਆਂ ਦਾ ਜਵਾਬੀ ਪੱਤਰ ਜਾਰੀ ਕੀਤਾ ਗਿਆ। ਮੈਨੂੰ ਕੈਪਟਨ ਦੀ ਕੋਈ ਚਿੱਠੀ ਨਹੀਂ ਮਿਲੀ, ਜੇਪੀ ਨੱਡਾ ਨੇ ਕਿਹਾ। ਲੱਗਦਾ ਸਿਰਫ ਮੀਡੀਆ ਲਈ ਇਹ ਚਿੱਠੀ ਜਾਰੀ ਕੀਤੀ ਗਈ, ਫਿਰ ਵੀ ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ। ਪੰਜਾਬ ਵਿੱਚ ਜੋ ਵੀ ਹਾਲਾਤ ਨੇ, ਕੈਪਟਨ ਖੁਦ ਉਸ ਦੇ ਲਈ ਜ਼ਿੰਮੇਵਾਰ ਨੇ। ਕਾਂਗਰਸ ਨੇ ਸ਼ਿਸ਼ਟਾਚਾਰ ਦੀ ਹੱਦਾਂ ਪਾਰ ਕੀਤੀਆਂ, ਕਾਂਗਰਸ ਨੇ ਕਿਸਾਨਾਂ ਨੂੰ ਉਕਸਾਉਣ ਦਾ ਕੰਮ ਕੀਤਾ। ਇਹ ਇਲਜ਼ਾਮ ਲਾਏ ਗਏ ਨੇ ਇਸ ਚਿੱਠੀ ਦੇ ਜ਼ਰੀਏ। ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਵੱਲੋਂ ਟਰੈਕ ਨੂੰ ਬੰਦ ਨਾ ਹੋਣ ਦੇਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ, ਆਪਣੀ ਜ਼ਿੰਮੇਵਾਰੀ ਨਿਭਾਉਣ ਤੁਸੀਂ ਫੇਲ ਹੋਏ। ਜੇਪੀ ਨੱਡਾ ਨੇ ਕਿਹਾ ਕੇਂਦਰ ਪੰਜਾਬ ਵਿੱਚ ਰੇਲ ਸੇਵਾਵਾਂ ਬਹਾਲ ਕਰਨਾ ਚਾਹੁੰਦਾ ਹੈ, ਰੇਲਵੇ ਦੀ ਸੁਰੱਖਿਆ ਪੰਜਾਬ ਸਰਕਾਰ ਨੇ ਯਕੀਨੀ ਨਹੀਂ ਬਣਾਈ। ਫਿਰ ਦੁਹਰਾਉਂਦਾ ਹਾਂ, ਝੋਨੇ ਕਣਕ ਤੇ ਐਮਐਸਪੀ ਖਤਮ ਨਹੀਂ ਹੋਏਗੀ। ਜੇਪੀ ਨੱਡਾ ਦੇ ਨਾਂ ਇੱਕ ਖਤ ਲਿਖਿਆ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ। ਜਲਦ ਤੋਂ ਜਲਦ ਮਾਲ ਗੱਡੀਆਂ ਚਲਾਉਣ ਦੀ ਮੰਗ ਕੀਤੀ ਗਈ ਸੀ, ਜਿਸ ਤੇ ਹੁਣ ਜੇਪੀ ਨੱਡਾ ਨੇ ਇਹ ਕਿਹਾ ਹੈ ਕਿ ਉਹਨਾਂ ਨੂੰ ਕੋਈ ਚਿੱਠੀ ਨਹੀਂ ਮਿਲੀ। ਪੰਜਾਬੀ 'ਚ ਇੱਕ ਖੁੱਲੀ ਚਿੱਠੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ। ਜੇਪੀ ਨੱਡਾ ਵੱਲੋਂ 4 ਪੰਨਿਆਂ ਦਾ ਜਵਾਬੀ ਪੱਤਰ ਜਾਰੀ ਕੀਤਾ ਗਿਆ ਹੈ। ਨਾਲ ਹੀ ਉਹਨਾਂ ਨੇ ਦਾਅਵਾ ਕੀਤਾ ਕਿ ਮੈਨੂੰ ਕੋਈ ਕੈਪਟਨ ਦੀ ਚਿੱਠੀ ਨਹੀਂ ਮਿਲੀ ਹੈ, ਸਿਰਫ ਜਿਹੜੀਆਂ ਮੀਡੀਆ ਵਿੱਚ ਖਬਰਾਂ ਆ ਰਹੀਆਂ ਸਨ ਉਸ ਤੇ ਚੱਲਦੇ ਮੈਂ ਜਵਾਬ ਦੇ ਰਿਹਾ ਅਤੇ ਪੰਜਾਬ ਵਿੱਚ ਜੋ ਹਾਲਾਤ ਬੜੇ ਨੇ ਕੈਪਟਨ ਉਸ ਦੇ ਲਈ ਖੁਦ ਜ਼ਿੰਮੇਵਾਰ ਨੇ। ਕਾਂਗਰਸ ਨੇ ਸ਼ਿਸ਼ਟਾਚਾਰ ਦੀਆਂ ਹੱਦਾਂ ਪਾਰ ਕੀਤੀਆਂ, ਕਾਂਗਰਸ ਨੇ ਕਿਸਾਨਾਂ ਨੂੰ ਉਕਸਾਉਣ ਦਾ ਕੰਮ ਕੀਤਾ। ਇਹ ਇਲਜ਼ਾਮ ਲਾਏ ਗਏ ਨੇ ਜੇਪੀ ਨੱਡਾ ਵੱਲੋਂ ਇਸ ਚਿੱਠੀ ਦੇ ਜ਼ਰੀਏ। ਇਸ ਵਿਚਾਲੇ ਕਿਸਾਨ ਅੰਦੋਲਨ ਕਾਰਨ ਰੇਲਵੇ ਨੂੰ ਭਾਰੀ ਨੁਕਸਾਨ ਹੋਇਆ। ਉੱਤਰ ਰੇਲਵੇ ਨੇ ਬਕਾਇਦਾ ਵੇਰਵਾ ਜਾਰੀ ਕੀਤਾ। ਇੱਕ ਮਹੀਨੇ 1200 ਕਰੋੜ ਤੱਕ ਦੇ ਨੁਕਸਾਨ ਦਾ ਦਾਅਵਾ ਕੀਤਾ ਗਿਆ। 1 ਅਕਤੂਬਰ ਤੋਂ 3 ਨਵੰਬਰ ਤੱਕ 1200 ਕਰੋੜ ਦਾ ਨੁਕਸਾਨ ਰੇਲਵੇ ਨੂੰ ਹੋਇਆ। ਕਈ ਟ੍ਰੇਨਾਂ ਰੱਦ ਹੋਈਆਂ, ਕਈਆਂ ਦੇ ਰੂਟ ਬਦਲੇ ਗਏ। ਕੁੱਲ 1373 ਟ੍ਰੇਨਾਂ ਦੇ ਰੂਟ ਬਦਲੇ ਗਏ। ਮੁਸਾਫਿਰ ਰੇਲਾਂ ਰੱਦ ਹੋਣ ਕਾਰਨ ਵੀ 45 ਕਰੋੜ ਦਾ ਨੁਕਸਾਨ ਹੋਇਆ। ਪੰਜਾਬ ਵਿੱਚ 32 ਥਾਵਾਂ ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਰੇਲਵੇ ਅੰਦੋਲਨ
ਨੇ ਬਕਾਇਦਾ ਵੇਰਵਾ ਜਾਰੀ ਕੀਤਾ ਅਤੇ ਕਿਸਾਨ ਅੰਦੋਲਨ ਦੇ ਚਲਦੇ ਰੇਲਵੇ ਨੂੰ ਜਿਹੜਾ ਵੱਡਾ ਨੁਕਸਾਨ ਹੋਇਆ ਹੈ ਉਸ ਦਾ ਜ਼ਿਕਰ ਇਸ ਵੇਰਵੇ ਵਿੱਚ ਕੀਤਾ ਗਿਆ ਹੈ। 1200 ਕਰੋੜ ਤੱਕ ਦੇ ਨੁਕਸਾਨ ਦਾ ਦਾਅਵਾ ਰੇਲਵੇ ਨੇ ਕੀਤਾ ਹੈ। आज सुबह की स्थिति के हिसाब से 32 जगहों पर प्रदर्शनकारी बैठे हुए हैं और इस स्थिति को देखते हुए ट्रेन चलाना जो है वो संभव नहीं है, ये अनसेफ भी हो सकता है। तो इसलिए जब ये प्रदर्शनकारी हटा दिए जाएंगे उसके तुरंत बाद रेलवे अपनी व्यवस्था करके गाड़ी चलाना शुरू करेगी। देखिए, जो लॉ एंड ऑर्डर है वो तो स्टेट सब्जेक्ट है पूरी तरह से, और अगर इस तरह का हमें कहीं पे लगता है कि गाड़ियों पे लोग आ रहे हैं या प्रदर्शन हो रहा है तो हम लोग हर जगह स्टेट गवर्नमेंट जो रिस्पेक्टिव स्टेट गवर्नमेंट होती है उससे कांटेक्ट करके और उनको जब वो हटा देते हैं उसके बाद ही गाड़ी चलाते हैं। इस तरह प्रदर्शनकारी बगल में खड़े हों तो उस समय गाड़ी तो रेलवे ਮਾਲ ਗੱਡੀਆਂ ਚਲਾਉਣ ਦੀ ਲਗਾਤਾਰ ਮੰਗ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਇਹ ਕਹਿ ਰਹੇ ਨੇ ਕਿ ਇਹ ਭਰੋਸਾ ਦੇ ਰਹੇ ਨੇ ਕਿ ਮਾਲ ਗੱਡੀਆਂ ਜਿਹੜੀਆਂ ਨੇ ਕੇਂਦਰ ਚਲਾਏ ਉਹ ਸੁਰੱਖਿਆ ਯਕੀਨੀ ਬਣਾਉਣਗੇ, ਲੇਕਿਨ ਇਸ ਵਿਚਾਲੇ ਮਾਲ ਗੱਡੀਆਂ ਨੂੰ ਲੈ ਕੇ ਕੇਂਦਰ ਅਤੇ ਬਨਾਮ ਪੰਜਾਬ ਸਰਕਾਰ ਬਣਦਾ ਨਜ਼ਰ ਆ ਰਿਹਾ। ਤਨਾਤਨੀ ਵੱਧਦੀ ਜਾ ਰਹੀ। ਕੇਂਦਰ ਨੇ ਪੰਜਾਬ ਸਰਕਾਰ ਦੇ ਸਿਰ ਇਲਜ਼ਾਮ ਮੜਿਆ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਬਿਆਨ ਦਿੱਤਾ ਕਿ ਪੰਜਾਬ ਵਿੱਚ ਰੇਲਾਂ ਬੰਦ ਹੋਣ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। इस साल अभी तक कल तक 158 लाख मेट्रिक टन, इट्स नियरली 25% इंक्रीज। तो ये 122 लाख मेट्रिक टन से 158 लाख मेट्रिक टन, इतना ज्यादा धान किसानों ने बेचा है। तो किसानों ने तो पंजाब में जो लक्ष्य था कि कितना धान खरीद होगा उसका 95% तो हो गया। तो इसका मतलब किसानों ने तो दिया है। अब कुछ राजनीतिक आंदोलन चलेगा तो उसको डील करना और उसको समझाना और रेलवे ट्रैक खाली करना ये राज्य सरकार की जिम्मेवारी है। राज्य सरकार का ये कहना कि कुछ चीजों के लिए अलाउ किया है, ये कैसे तय होगा? क्या आप वहन कर रहे हो? कुछ ड्राइवर को, गार्ड को हो गया, मालगाड़ी में केवल 2 ही लोग होते हैं, तो ऐसे कैसे होगा? ट्रैक खाली हो और सभी किसानों से बात करके सरकार ढंग से तैयारी करे कि भाई रेलवे शुरू होना सबके हित में है। आज सेना को ठंड में जो ठंड शुरू हुई है वहां एलपीजी पहुंचाने में, वहां कपड़े पहुंचाने में, वहां सामान पहुंचाने में सुरक्षा बलों का अगर दिक्कतें आती है तो यह अच्छी चीज नहीं है। तो आम किसान तो इसमें बाजार में आया है और नई व्यवस्था में उनका विश्वास है, ये उन्होंने अपनी एक्शन से दिखाया है। अब जो होना है वो सरकार ने करना है, पंजाब सरकार ने करना है, और केंद्र सरकार जल्दी से जल्दी रेलवे यातायात शुरू करना चाहती है देश के हित में। पंजाब में 32 जगह रेलवे की यातायात ठप हुई है और इसके कारण पंजाब और उसके आगे जाने वाली रेलवे, बोथ गुड्स एंड पैसेंजर सर्विसेज आर इंपैक्टेड। ये पंजाब सरकार की अकर्मण्यता के कारण है। Essentially, law and order is responsibility of state government. It can have dialogue with farmers and solve the matter, but they have not done. केंद्र ने कुछ नहीं अन्याय किया। जितनी बिजली उनको कोटे से मिलती है, सेंट्रल कोटे से, उतनी पूरी की पूरी बिजली केंद्र सरकार मुहैया करा रही है, सुनिश्चित कर रही है। और जैसे मैंने कहा, देश के अन्य हिस्सों में
मांग बढ़ी है, फिर भी कर रहे हैं। ਹੁਣ ਤੁਹਾਨੂੰ ਛੁਡਵਾਉਂਦੇ ਆ ਟ੍ਰੇਨਾਂ ਦੀ ਆਵਾਜਾਈ ਤੇ ਕੈਪਟਨ ਨੇ ਕੀ ਕਿਹਾ ਤੇ ਉਸ ਤੇ ਜਾਵੜੇਕਰ ਨੇ ਕੀ ਬਿਆਨ ਦਿੱਤਾ। हमारे ट्रेन, हमारे रेल रोड्स नहीं बंद। ये कह देते हैं कि बंद है, हमारे नहीं बंद। सिर्फ 2 जगह में जहां कोई पावर स्टेशंस हैं प्राइवेट हैंड्स में, क्योंकि इनकी लड़ाई कॉर्पोरेट हाउसेस के साथ है। ऑफ शूट्स हैं मेन रोड से जो रेलवे लाइंस जाती हैं, उन पे किसान 2 पे बैठे हैं, बाकी कहीं नहीं। रेलवे मिनिस्टर तो उनको मैंने कहा कि आप ये 2 लाइनों पे बैठे हैं, बाकी आप ट्रेन को थ्रू करो, गुड्स ट्रेन को थ्रू करो। कहते पैसेंजर ट्रेन भी होनी चाहिए। मैंने क्या कर दो भाई, हमें तो कोई प्रॉब्लम नहीं है। कौन गारंटी रहता है? मैं रहता हूं। जहां जहां मुझे चाहिए, जो स्टेशन पे आपको हो, जो आप रेलवे वाले को हो, वहां हम पुलिस बैठा देंगे। आपकी रेलवे पुलिस है, मेरी पंजाब पुलिस है। वी विल लुक टू सी कि ट्रेन में कोई गड़बड़ नहीं होगी। कुछ ड्राइवर को, गार्ड को हो गया, मालगाड़ी में केवल 2 ही लोग होते हैं, तो ऐसे कैसे होगा? ट्रैक खाली हो और सभी किसानों से बात करके सरकार ढंग से तैयारी करे कि भाई रेलवे शुरू होना सबके हित में है। आज सेना को ठंड में जो ठंड शुरू हुई है, वहां एलपीजी पहुंचाने में, वहां कपड़े पहुंचाने में, वहां सामान पहुंचाने में सुरक्षा बलों का अगर दिक्कतें आती है तो यह अच्छी चीज नहीं है। ब्रेक तो बाद एक बार फिर ਤੁਹਾਡਾ ਸਵਾਗਤ ਹੈ। ਕਰਤਾਰਪੁਰ ਗੁਰਦੁਆਰੇ ਤੇ ਪਾਕਿਸਤਾਨ ਦੀ ਨਾਪਾਕ ਚਾਲ ਸਾਹਮਣੇ ਆਂਦੀ ਨਜ਼ਰ ਆ ਰਹੀ ਹੈ। ਹੁਣ ਆਈਐਸਆਈ ਦੀ ਨਿਗਰਾਨੀ 'ਚ ਹੋਵੇਗਾ ਕਰਤਾਰਪੁਰ ਸਾਹਿਬ ਦਾ ਰੱਖ ਰਖਾਵ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ अधिकार जड़ा है वो खोलिया गया है। ईटीपीबी यानी ट्रस्ट प्रॉपर्टी बोर्ड ਨੂੰ ਜ਼ਿੰਮੇਵਾਰੀ सौंपी गई है रख रखाव दी। बोर्ड दी मैनेजमेंट यूनिट ਵਿੱਚ ਇੱਕ ਵੀ ਸਿੱਖ ਸ਼ਾਮਿਲ ਨਹੀਂ ਹੈ। ईटीपीबी पूरी तरह ਦੇ ਨਾਲ आईएसआई ਦੇ ਕੰਟਰੋਲ ਵਿੱਚ ਦੱਸੀ ਜਾਂਦੀ ਹੈ। ਕਰਤਾਰਪੁਰ ਸਾਹਿਬ ਤੋਂ ਪਾਕਿਸਤਾਨ ਸਰਕਾਰ ਦਾ ਵਪਾਰ ਦਾ ਇਰਾਦਾ ਨਜ਼ਰ ਆਉਂਦਾ ਹੈ। ਪਾਕਿਸਤਾਨ ਦੇ ਨਵੇਂ ਹੁਕਮ ਵਿੱਚ ਪ੍ਰੋਜੈਕਟ ਬਿਜ਼ਨਸ ਪਲਾਨ ਦਾ ਵੀ ਜ਼ਿਕਰ ਹੈ। ਕੋਰੋਨਾ ਕਾਰਨ ਮਾਰਚ ਤੋਂ ਬੰਦ ਪਿਆ ਕਰਤਾਰਪੁਰ ਲਾਂਘਾ ਔਰ ਇਸ ਵਿਚਾਲੇ ਇਹ ਖਬਰ ਨਿਕਲ ਕੇ ਆ ਰਹੀ ਜਿਸ ਦਾ ਅਕਾਲੀ ਦਲ ਨੇ ਜਿਸ ਦੀ ਨਿਖੇਧੀ ਕੀਤੀ ਹੈ। ਇਸ ਬੁਲਟਨ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।